ਸਤਿ ਸ਼੍ਰੀ ਅਕਾਲ ਲੋਕਰਾਣਾ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ। ਤੁਸੀਂ ਸਾਡੇ ਪ੍ਰੋਗਰਾਮ ਸਿੱਧੇ ਸਵਾਲ ਦੇ ਨਾਲ ਜੁੜੇ ਹੋ। ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਡਾਕਟਰ ਸਾਹਿਬ ਵੈਲਕਮ। बहुत बहुत शुक्रिया, मेहरबानी, धन्यवाद पंगू साहब जी। डॉक्टर साहब बीजेपी ਨੂੰ ਲੱਗਿਆ ਤੈਨੂੰ ਖੇਤੀ ਕਾਨੂੰਨ ਰੱਦ ਕਰਕੇ ਕਿ ਖੌਰੇ ਅੰਦੋਲਨ ਖਤਮ ਹੋ ਜੇ, ਕਿਸਾਨ ਵਾਪਸ ਆਪਣੇ ਘਰਾਂ ਨੂੰ ਆ ਜਾਣ, ਪਰ ਇੰਨੀ ਇਹ ਸੌਖੀ ਗੱਲ ਨਹੀਂ, ਇੰਨੀ ਛੋਟੀ ਗੱਲ ਨਹੀਂ। ਜਿਹੜੀਆਂ ਮੰਗਾਂ ਕਿਸਾਨ ਆਗੂਆਂ ਨੇ ਸਰਕਾਰ ਅੱਗੇ ਰੱਖੀਆਂ ਹੋਈਆਂ ਨੇ, MSP ਨੂੰ ਕਾਨੂੰਨ ਬਣਾਓ, ਜਨਤਕ ਵੰਡ ਪ੍ਰਣਾਲੀ, ਪਰਾਲੀ ਦਾ ਮੁੱਦਾ, ਹਾਲਾਂਕਿ ਸਹਿਮਤ ਵੀ ਸਰਕਾਰ ਹੋਊਗੀ। ਖਾਸ ਜੋ ਕਿਸਾਨ ਸ਼ਹੀਦ ਹੋ ਗਏ ਅੰਦੋਲਨ ਦੇ ਦੌਰਾਨ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਬੀਜੇਪੀ ਕਹਿੰਦੀ ਕਿ ਸਾਡੇ ਕੋਲ ਡੇਟਾ ਨਹੀਂ ਕਲੈਕਟ ਕੀਤਾ ਗਿਆ ਹੈਗਾ। ਸਭ ਤੋਂ ਵੱਡੀ ਗੱਲ MSP ਦੀ। ਕਿਸਾਨ ਆਗੂ ਕਹਿੰਦੇ ਕਿ ਉਦੋਂ ਤੱਕ ਨਹੀਂ ਉੱਠਾਂਗੇ ਭਾਵੇਂ ਹਜੇ ਫੈਸਲਾ ਲੈਣਾ, ਜਨਤਕ ਫੈਸਲਾ ਲੈ ਕੇ ਜੇ ਕਰਨਾ, ਪਰ ਗੱਲ ਇੱਥੇ ਤੱਕ ਤਾਂ ਡਾਕਟਰ ਸਾਹਿਬ ਪੁੱਜ ਗਈ। ਕਿਸਾਨ ਆਗੂ ਕਹਿੰਦੇ ਕਿ ਅਸੀਂ ਨਹੀਂ ਉੱਠਣਾ MSP ਤੋਂ ਬਿਨਾਂ। ਰਕੇਸ਼ ਟਿਕੈਤ ਉਹਨਾਂ ਦਾ ਪੰਗਾ ਬੀਜੇਪੀ ਸਰਕਾਰ ਨਾਲ ਪਿਆ ਹੋਇਆ, ਪਹਿਲਾਂ ਵੀ ਪੰਗਾ ਸੀ, ਹੁਣ ਵੀ ਉਹ ਜੋ ਪੰਗਾ ਕਹਿ ਸਕਦੇ ਹਾਂ ਕਿ ਆਪਾਂ ਹੁਣ ਜਿਵੇਂ ਬੀਜੇਪੀ ਚਾਹੁੰਦੀ ਸੀ ਕਿ ਕਿਸਾਨ ਘਰਾਂ ਨੂੰ ਚਲੇ ਜਾਣ, ਕਿਸਾਨ ਨਹੀਂ ਛੇਤੀ ਨਹੀਂ ਮੰਨਦੇ। ਟਿਕੈਤ ਸਾਹਿਬ ਕਹਿੰਦੇ ਨੇ ਉਦੋਂ ਤੱਕ ਨਹੀਂ ਉੱਠਦੇ ਜਦੋਂ ਤੱਕ ਬੀਜੇਪੀ ਸਰਕਾਰ ਲੀਗਲ ਨਹੀਂ ਕਰ ਦਿੰਦੀ MSP ਨੂੰ, ਜਦੋਂ ਤੱਕ ਬੀਜੇਪੀ ਸਰਕਾਰ ਕਾਨੂੰਨ ਨਹੀਂ MSP ਨੂੰ ਬਣਾ ਦਿੰਦੀ, ਉਦੋਂ ਤੱਕ ਅਸੀਂ ਉੱਠਾਂਗੇ ਨਹੀਂ। ਖੇਤੀ ਮੰਤਰੀ ਨਰਿੰਦਰ ਤੋਮਰ ਉਹ ਕਹਿੰਦੇ ਨੇ ਸਾਡੇ ਕੋਲ ਡੇਟਾ ਨਹੀਂ ਹੈਗਾ ਸ਼ਹੀਦ ਹੋ ਚੁੱਕੇ ਕਿਸਾਨਾਂ ਦਾ। ਰਕੇਸ਼ ਟਿਕੈਤ ਜਵਾਬ ਦਿੰਦੇ ਨੇ ਕਿ ਤੁਸੀਂ ਹਾਂ ਕਰੋ ਮੁਆਵਜ਼ਾ ਦੇਣ ਲਈ, ਡੇਟਾ ਤੁਹਾਨੂੰ ਅਸੀਂ ਦੇਵਾਂਗੇ, ਅੰਕੜੇ ਤੁਹਾਨੂੰ ਅਸੀਂ ਦੇਵਾਂਗੇ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਜੇਕਰ ਆਪਾਂ ਕਹਿ ਸਕੀਏ ਕਿ ਰਕੇਸ਼ ਟਿਕੈਤ ਦਾ ਹੁਣ ਬੀਜੇਪੀ ਦੇ ਨਾਲ ਪੰਗਾ ਪਿਆ ਹੋਇਆ, MSP 'ਤੇ ਗੱਲ ਅੜੀ ਹੋਈ ਹੈ, ਗੱਲ ਉੱਥੇ ਹੀ ਖੜੀ ਹੈ। ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਇੰਨਾ ਸੌਖਾ ਸਮਾਂ ਨਹੀਂ ਹੈਗਾ ਬੀਜੇਪੀ ਸਰਕਾਰ ਦੇ ਲਈ ਕਿ ਮੋਕਲੇ ਹੀ ਰਾਹ ਬਣਾ ਕੇ ਬੀਜੇਪੀ ਗੌਰਮੈਂਟ ਨਿਕਲ ਸਕੇ ਕਿਸਾਨ ਆਗੂਆਂ ਦੇ ਇਸ ਪੰਜੇ ਦੇ ਵਿੱਚੋਂ। ਪਰ ਜੇਕਰ ਪੰਜਾਬ ਦੀ ਸੂਬੇ ਦੀ ਸਿਆਸਤਾਂ ਦੀ ਗੱਲ ਕੀਤੀ ਜਾਵੇ, ਸੂਬੇ ਦੀ ਸਿਆਸਤਾਂ ਡਾਕਟਰ ਸਾਹਿਬ ਲਗਾਤਾਰ ਸਰਗਰਮ ਨੇ। ਉਹਨਾਂ ਲੱਗਦਾ ਕਿ ਕਾਨੂੰਨ ਰੱਦ ਹੋ ਗਏ, ਕਿਸਾਨ ਸਾਡਾ ਵਿਰੋਧ ਨਹੀਂ ਕਰਨਗੇ, ਅਸੀਂ ਹੁਣ ਪਿੰਡੋਂ ਪਿੰਡ ਘਰੋਂ ਘਰੀ ਜਾਣਗੇ, ਆਪਣੀਆਂ ਰੈਲੀਆਂ ਰੱਖਣਗੇ। ਤੀਜੇ ਦਿਨ ਕੇਜਰੀਵਾਲ ਸਾਹਿਬ ਗੇੜਾ ਮਾਰ ਜਾਂਦੇ ਨੇ, ਪਿੱਛੋਂ ਉਹਨਾਂ ਨੂੰ ਇਲਜ਼ਾਮਬਾਜ਼ੀਆਂ ਸ਼ੁਰੂ ਹੋ ਜਾਂਦੀਆਂ ਨੇ, ਸਾਰੇ ਕ੍ਰਿਟੀਸਾਈਜ਼ ਕਰਨ ਲੱਗ ਜਾਂਦੇ ਨੇ। ਕੇਜਰੀਵਾਲ ਦੂਜਿਆਂ ਨੂੰ ਭੰਡਦਾ, ਦੂਜੇ ਕੇਜਰੀਵਾਲ ਨੂੰ ਭੰਡਦੇ। ਆਮ ਆਦਮੀ ਪਾਰਟੀ, ਅਕਾਲੀ ਦਲ ਦਾ ਸਭ ਸਾਡੇ ਸਾਹਮਣੇ। ਪਰ ਸਭ ਤੋਂ ਪਹਿਲਾਂ ਰਕੇਸ਼ ਟਿਕੈਤ ਜਿਹਦਾ ਬੀਜੇਪੀ ਸਰਕਾਰ ਨਾਲ ਪੰਗਾ ਵੱਡੇ ਪੱਧਰ 'ਤੇ ਡਾਕਟਰ ਸਾਹਿਬ ਪਿਆ ਹੋਇਆ। पंगू साहब देखो, लगातार जो ਅਸੀਂ ਪਿਛਲੇ 1 ਸਾਲ ਦੇ ਉੱਤੇ ਨਜ਼ਰ ਮਾਰਦੇ ਹਾਂ ਔਰ ਇਸ ਸੰਘਰਸ਼ ਨੂੰ ਵੇਖਦੇ ਹਾਂ ਤਾਂ ਤੁਸੀਂ ਅੰਦਾਜ਼ਾ ਲਾਓਗੇ ਕਿ ਜਦੋਂ ਇਹ 3 ਕਾਲੇ ਕਾਨੂੰਨ ਰੱਦ ਕਰਾਉਣ ਲਈ ਇੱਕ ਜਿਹੜਾ ਸੀਗਾ ਵੱਡਾ ਸੰਘਰਸ਼ ਲੜਿਆ ਗਿਆ ਔਰ ਲੜਿਆ ਜਾ ਰਿਹਾ ਸੀ, ਤਾਂ ਉਸੇ ਦੇ ਵਿੱਚ ਇੱਕ ਵੱਡੀ ਮੰਗ ਇਹ ਵੀ ਰੱਖੀ ਗਈ ਸੀ ਕਿ 3 ਕਾਲੇ ਕਾਨੂੰਨ ਤਾਂ ਰੱਦ ਕਰਾਉਣੇ ਨੇ, ਪਰ ਨਾਲ ਦੀ ਨਾਲ ਇੱਕ ਨਵਾਂ ਕਾਨੂੰਨ ਜਿਹੜਾ ਹੈਗਾ MSP ਦਾ ਬਣਾਉਣਾ ਹੀ ਪਏਗਾ ਸਰਕਾਰ ਨੂੰ। ਸੋ ਉਹਦੇ ਲਈ ਲੜਾਈ ਜਿਹੜੀ ਹੈਗੀ ਆ ਜਾਰੀ ਹੈ। ਜਿਵੇਂ ਤੁਸੀਂ ਵੀ ਦੱਸਿਆ, ਚਾਹੇ ਰਕੇਸ਼ ਟਿਕੈਤ ਜੀ ਹੋਣ, ਚਾਹੇ ਪੰਜਾਬ ਦੀਆਂ 32 ਜਥੇਬੰਦੀਆਂ ਹੋਣ, ਚਾਹੇ ਹਰਿਆਣੇ ਦੀਆਂ ਜਥੇਬੰਦੀਆਂ ਹੋਣ, ਜਾਂ ਪੂਰੇ ਭਾਰਤ ਦੀਆਂ ਜਥੇਬੰਦੀਆਂ ਹੋਣ, ਉਹਨਾਂ ਦਾ ਜਿਹੜਾ ਹੈਗਾ ਇਸ ਵੇਲੇ ਜ਼ੋਰ ਇਹੀ ਲੱਗਿਆ ਹੋਇਆ ਕਿ ਅਸੀਂ ਹਰ ਹਾਲਤ ਦੇ ਵਿੱਚ MSP ਵਾਲਾ ਜਿਹੜੀ ਹੈਗੀ ਲੀਗਲ ਗਰੰਟੀ ਲੈਣੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ, ਉਹ ਕਾਨੂੰਨ ਬਣਾਉਣਾ ਹੈ ਕਿਉਂਕਿ ਇਸ ਵੇਲੇ ਬਹੁਤ ਸੌਖਾ ਹੈ ਕਿਉਂਕਿ ਪਾਰਲੀਮੈਂਟ ਚੱਲ ਰਹੀ ਹੈ। ਸੋ ਇਸ ਕਰਕੇ ਬੀਜੇਪੀ ਨੂੰ ਚਾਹੀਦਾ ਹੈ ਕਿ ਕਾਨੂੰਨ ਉਹ ਲੈ ਕੇ ਆਵੇ ਔਰ ਗਰੰਟੀ ਦੇਵੇ ਕਿਸਾਨਾਂ ਨੂੰ। ਸੋ ਜੇਕਰ ਇਹ ਗਰੰਟੀ ਨਹੀਂ ਦਿੱਤੀ ਜਾਂਦੀ, ਜਿਵੇਂ ਰਕੇਸ਼ ਟਿਕੈਤ ਜੀ ਕਹਿ ਰਹੇ ਨੇ, ਤਾਂ ਲਾਜ਼ਮੀ ਤੌਰ 'ਤੇ ਜਿਹੜੀਆਂ 22 ਦੀਆਂ ਚੋਣਾਂ ਆਉਣੀਆਂ ਨੇ ਉਹਦੇ ਤੱਕ ਪਹੁੰਚਦਿਆਂ ਇਹ ਜਿਹੜਾ ਹੈਗਾ ਮਸਲਾ ਹੋਰ ਭਖੇਗਾ। ਔਰ ਖ਼ਾਸ ਤੌਰ 'ਤੇ ਜਦੋਂ ਅਸੀਂ UP ਦੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਤਾਂ ਫਿਰ ਵੀ ਹੈ ਕਿ MSP ਕਿਤੇ ਨਾ ਕਿਤੇ ਮਿਲ ਰਹੀ ਹੈ ਔਰ ਹਰਿਆਣੇ ਦੇ ਵਿੱਚ ਮਿਲ ਰਹੀ ਹੈ, ਪਰ UP ਦੇ ਵਿੱਚ ਇੱਕ ਵੱਡਾ ਹਿੱਸਾ ਹੈ ਜਿਹਦੇ ਵਿੱਚ ਜਾਂ UP ਦੇ ਵਿੱਚ ਗੱਲ ਕਰੀਏ ਜਾਂ ਨਾਲ ਦੀ ਨਾਲ ਆਪਾਂ ਪੂਰੇ ਹਿੰਦੁਸਤਾਨ ਦੇ ਵੱਖ-ਵੱਖ ਸਟੇਟਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੀਆਂ 23 ਫਸਲਾਂ ਦੇ ਉੱਤੇ MSP ਮਿਲਣੀ ਹੁੰਦੀ ਹੈ, ਅਜੇ ਤੱਕ ਨਹੀਂ ਉਹਦੀ ਗਰੰਟੀ ਮਿਲ ਰਹੀ। ਸੋ ਇਸ ਕਰਕੇ ਰਕੇਸ਼ ਟਿਕੈਤ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਨੇ ਔਰ ਉਹ ਮੰਗ ਕਰ ਰਹੇ ਨੇ ਆਪਣੇ ਬੀਜੇਪੀ ਸਰਕਾਰ ਤੋਂ, ਚਾਹੇ ਉਹ ਸੈਂਟਰ ਦੀ ਹੋਵੇ, ਚਾਹੇ ਉੱਥੋਂ ਦੀ ਜਿਹੜੀ ਲੋਕਲ ਗੌਰਮੈਂਟ ਹੈ, ਉਸ ਦੇ ਉੱਤੇ ਪ੍ਰੈਸ਼ਰ ਬਣਾ ਕੇ ਜਿਹੜਾ ਹੈਗਾ ਰੱਖਣਾ ਬਹੁਤ ਜ਼ਰੂਰੀ ਹੈ। ਔਰ ਰਕੇਸ਼ ਟਿਕੈਤ ਜੀ ਜਿਹੜੇ ਨੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਇੱਕ ਫੈਸਲਾ ਸਾਂਝਾ ਲੈਣਗੇ ਔਰ ਇਹੀ ਫੈਸਲਾ ਲੈਣਾ ਬਣਦਾ ਹੈ ਪੂਰੇ ਸੰਘਰਸ਼ ਦਾ, ਔਰ ਕਿ ਭਾਈ ਜਲਦੀ ਤੋਂ ਜਲਦੀ ਬੀਜੇਪੀ ਨੂੰ ਚਾਹੀਦਾ ਹੈ ਕਿ ਨਵਾਂ ਕਾਨੂੰਨ ਉਹ ਲੈ ਕੇ ਆਏ MSP ਦੇ ਉੱਤੇ ਔਰ ਲੀਗਲ ਗਰੰਟੀ ਦੇਵੇ। ਉਹਦੇ ਲਈ ਜੋ ਵੀ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਉਹ ਛੇਤੀ ਤੋਂ ਛੇਤੀ ਕੀਤੀ ਜਾਵੇ ਤਾਂ ਕਿ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਉਹਨਾਂ ਤੋਂ ਮਨਵਾ ਸਕਣ। ਔਰ ਉਮੀਦ ਕਰਨੀ ਬਣਦੀ ਹੈ
ਕਿ ਕਿਸਾਨ ਮੋਰਚੇ ਨੇ ਜਿਵੇਂ ਇਹ ਸਰਕਾਰ ਨੂੰ ਝੁਕਾਇਆ ਹੈ, ਬੀਜੇਪੀ ਸਰਕਾਰ ਨੂੰ, ਮੋਦੀ ਸਰਕਾਰ ਨੂੰ ਜਿਹੜਾ ਹੈਗਾ ਉਹਦੇ ਤੋਂ ਮੰਗਾਂ ਮਨਵਾਈਆਂ ਨੇ, ਤਾਂ ਇਹ ਵੀ ਮੰਗ ਜਿਹੜੀ ਹੈਗੀ ਹੈ ਜਲਦੀ ਮੰਨੀ ਜਾ ਸਕਦੀ ਹੈ ਭੰਗੂ ਸਾਹਿਬ ਜੀ। ਡਾਕਟਰ ਸਾਹਿਬ, ਸੂਬੇ ਦੀ ਸਿਆਸਤਾਂ ਸਰਗਰਮ ਨੇ, ਦੇਖੋ ਸਰਗਰਮ ਤਾਂ ਹੋਣਾ ਹੀ ਹੈ, 2022 ਦੀਆਂ ਵਿਧਾਨ ਸਭਾ ਚੋਣਾਂ ਨੇ, ਸਾਰਿਆਂ ਨੂੰ ਲੱਗਦਾ ਕਿ ਸਾਡੀ ਹੀ ਸਰਕਾਰ ਬਣ ਜੇ। ਕਾਂਗਰਸ ਵਾਲੇ ਸੋਚਦੇ ਆ ਕਿ ਅਸੀਂ ਰਿਪੀਟ ਕਰਾਂਗੇ ਕਿਉਂਕਿ ਅਸੀਂ ਮਜ਼ਬੂਤ ਹਾਂ। ਅਕਾਲੀ ਦਲ ਨੂੰ ਰੱਖ ਕੇ ਦੇਖਦੇ ਨੇ, ਅਕਾਲੀ ਦਲ ਪਿੱਛੇ ਆਪ ਤਾਂ ਕਹਿੰਦੇ ਉਹ ਗ੍ਰਾਫ ਨਹੀਂ ਹੈਗਾ। ਅਕਾਲੀ ਦਲ ਕਹਿੰਦਾ ਕਾਂਗਰਸ ਨੇ 5 ਸਾਲਾਂ 'ਚ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਸਰਕਾਰ ਅਕਾਲੀ ਦਲ ਦੀ ਬਣੂਗੀ। ਕੇਜਰੀਵਾਲ ਸਾਹਿਬ ਦਾ ਤੀਜੇ ਦਿਨ ਪੰਜਾਬ ਦਾ ਦੌਰਾ, ਉਹ ਕਹਿੰਦੇ ਕਿ ਦੋਨੋਂ ਪਾਰਟੀਆਂ ਨੇ ਕਦੇ ਕੰਮ ਨਹੀਂ ਕੀਤਾ, ਪੰਜਾਬ ਨੂੰ ਲੀਹੋਂ ਲੱਥਿਆ ਇਹਨਾਂ ਪਾਰਟੀਆਂ ਨੇ, ਇਸ ਵਾਰ ਸਾਡੀ ਸਰਕਾਰ ਬਣੂਗੀ। 17 'ਚ ਭਾਵੇਂ ਅਸੀਂ ਚੁੱਕ ਗਏ, ਸਾਡੇ ਤੋਂ ਗਲਤੀਆਂ ਹੋਈਆਂ, ਪਰ ਇਸ ਵਾਰ ਸਾਡੀ ਸਰਕਾਰ ਬਣੂਗੀ। ਖਾਸ ਗੱਲ ਇਹ ਕਿ ਸੂਬੇ ਦੀ ਸਿਆਸਤ ਨੂੰ ਲੱਗਦਾ ਹੁਣ ਕਿਸਾਨ ਸਾਡਾ ਵਿਰੋਧ ਨਹੀਂ ਕਰਨਗੇ, ਖੇਤੀ ਕਾਨੂੰਨ ਰੱਦ ਹੋ ਗਏ, ਹੁਣ ਕਿਸਾਨਾਂ ਦਾ ਵਿਰੋਧ ਘਟ ਜੂਗਾ। ਹੁਣ ਅਸੀਂ ਆਪਣੀ ਸਿਆਸਤਾਂ ਬੜੇ ਆਰਾਮ ਦੇ ਨਾਲ ਘਰੋਂ ਘਰੀ ਪਿੰਡੋਂ ਪਿੰਡੀ ਜਾ ਕੇ ਕਰਾਂਗੇ। ਜੀ ਭੰਗੂ ਸਾਹਿਬ, ਦੇਖੋ ਆਪਾਂ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਨਾਲ 4 ਹੋਰ ਸੂਬੇ ਨੇ ਜਿਹਦੇ ਵਿੱਚ ਚੋਣਾਂ 22 ਦੇ ਵਿੱਚ ਹੋਣੀਆਂ ਨੇ, ਔਰ ਖਾਸ ਤੌਰ ਤੇ ਯੂਪੀ ਔਰ ਉੱਤਰਾਖੰਡ, ਗੋਆ, ਮਣੀਪੁਰ, ਇਹ ਜਿਹੜੀਆਂ ਸਟੇਟਾਂ ਨੇ, ਇੱਥੇ ਵੀ ਜਿਹੜੀ ਹੈਗਾ ਚੋਣ ਅਖਾੜਾ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ। ਔਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਬੁਨਿਆਦੀ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ 4 ਪਾਰਟੀਆਂ ਜਿਹੜੀਆਂ ਨੇ ਉਹ ਸੱਤਾ ਨੂੰ ਹਥਿਆਉਣ ਦੇ ਲਈ ਲੱਗੀਆਂ ਹੋਈਆਂ ਨੇ, ਕੋਸ਼ਿਸ਼ਾਂ ਕਰ ਰਹੀਆਂ ਨੇ, ਵੱਖ-ਵੱਖ ਹੱਥਕੰਡੇ ਅਪਣਾ ਰਹੀਆਂ ਨੇ। ਸੋ ਜਿਵੇਂ ਤੁਸੀਂ ਵੀ ਦੱਸ ਰਹੇ ਹੋ, ਚਾਹੇ ਉਹ ਆਮ ਆਦਮੀ ਪਾਰਟੀ ਦੀ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ ਬੀਜੇਪੀ ਹੋਵੇ, ਜਾਂ ਇੱਦਾਂ ਦੀਆਂ ਜਿਹੜੀਆਂ ਹੋਰ ਨਾਲ ਛੋਟੀਆਂ-ਮੋਟੀਆਂ ਪਾਰਟੀਆਂ ਹੋਣ, ਉਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸੀਂ ਕਿਵੇਂ ਨਾ ਕਿਵੇਂ 22 ਦੇ ਵਿੱਚ ਸੱਤਾ ਹਥਿਆ ਕੇ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਕੋਈ ਜਿਹੜੀ ਹੈਗੀ ਨਵੀਂ ਸਰਕਾਰ ਬਣਾਈ ਜਾਵੇ। ਸੋ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਆਪਣੇ ਤੌਰ ਤੇ ਲੱਗੀਆਂ ਹੋਈਆਂ ਨੇ, ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕਿਸਾਨ ਮੋਰਚਾ ਦਿੱਲੀ ਦੇ ਵਿੱਚ ਲੰਬਾ ਚੱਲਦਾ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ, MSP ਦੇ ਅੜਦਾ ਹੈ ਜਾਂ ਹੋਰ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ, ਦੂਸਰੀਆਂ ਮੰਗਾਂ, ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਕਿਸਾਨਾਂ ਨੂੰ, ਤੁਸੀਂ ਜਿਹੜੇ ਸ਼ਹੀਦ ਕਿਸਾਨਾਂ ਨੂੰ, ਉਹਨਾਂ ਨੂੰ ਮੁਆਵਜ਼ਾ ਕਿੰਨਾ ਮਿਲੇਗਾ, ਕਦੋਂ ਮਿਲੇਗਾ, ਇਹ ਬਹੁਤ ਵੱਡਾ ਸਵਾਲ ਹੈ। ਇਸੇ ਤਰ੍ਹਾਂ ਲਖੀਮਪੁਰ ਖੀਰੀ ਵਾਲੀ ਜਿਹੜੀ ਘਟਨਾ ਵਾਪਰੀ ਸੀ, ਉਸ ਦਾ ਨਿਆਂ ਕਦੋਂ ਮਿਲੇਗਾ, ਉਹਦੇ ਜਿਹੜੇ ਗੁਨਾਹਗਾਰ ਨੇ ਉਹ ਕਦੋਂ ਸਲਾਖਾਂ ਦੇ ਪਿੱਛੇ ਜਾਣਗੇ, ਇਹ ਬਹੁਤ ਵੱਡਾ ਸਵਾਲ ਹੈ। ਇਸੇ ਤਰ੍ਹਾਂ ਹੋਰ ਜਿਹੜੇ ਕੁਝ ਬੁਨਿਆਦੀ ਸਵਾਲ ਕਿਸਾਨ ਮੋਰਚੇ ਨੇ ਚੁੱਕੇ ਸੀਗੇ, ਉਹ ਇਸ ਵੇਲੇ ਖੜੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿੰਨੀ ਦੇਰ ਇਹ ਮਸਲੇ ਹੱਲ ਨਹੀਂ ਹੁੰਦੇ, ਉਨੀ ਦੇਰ ਇਹ ਕਿਸਾਨ ਅੰਦੋਲਨ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਪਰ ਉਹਦੇ ਦੌਰਾਨ 22 ਦੀਆਂ ਚੋਣਾਂ ਵੀ ਜ਼ਰੂਰੀ ਨੇ, ਔਰ ਉਹਦੇ ਵਿੱਚ ਕਿਸਾਨ ਮੋਰਚੇ ਦਾ ਕੀ ਰੋਲ ਹੋਏਗਾ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ। ਕੀ ਕਿਸਾਨ ਮੋਰਚਾ ਸਿੱਧੇ ਤੌਰ ਤੇ ਜਿਹੜਾ ਹੈਗਾ ਸਿਆਸਤ ਦੇ ਵਿੱਚ ਆਏਗਾ, ਜਾਂ ਅਸਿੱਧੇ ਤੌਰ ਤੇ ਵੱਖ-ਵੱਖ ਪਾਰਟੀਆਂ ਨੂੰ, ਵੱਖ-ਵੱਖ ਜਥੇਬੰਦੀਆਂ, ਜਿਵੇਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੀਆਂ 32 ਜਥੇਬੰਦੀਆਂ ਸਰਗਰਮ ਨੇ, ਤਾਂ ਉਹ ਜਥੇਬੰਦੀਆਂ ਕਿੰਨੀਆਂ ਜਥੇਬੰਦੀਆਂ ਕਿਹੜੀਆਂ ਪਾਰਟੀਆਂ ਨਾਲ ਜਾਣਗੀਆਂ, ਇਹ ਹੁਣ ਸਮਾਂ ਦੱਸੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਲੀਅਰ ਹੋ ਜਾਏਗੀ। ਪਰ ਫਿਲਹਾਲ ਇਹੀ ਲੱਗਦਾ ਹੈ ਕਿ ਪਾਰਟੀਆਂ ਆਪਣੇ ਤੌਰ ਤੇ ਲੱਗੀਆਂ ਹੋਈਆਂ ਨੇ, ਔਰ ਕਿਸਾਨ ਮੋਰਚਾ ਜਿਵੇਂ ਪਿਛਲੇ 1 ਸਾਲ ਤੋਂ ਲੱਗਿਆ ਹੋਇਆ, ਉਹ ਡਟਿਆ ਹੋਇਆ ਉੱਥੇ, ਔਰ ਉਮੀਦ ਕਰਨੀ ਬਣਦੀ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਪੂਰੀਆਂ ਹੋਣਗੀਆਂ, ਔਰ ਇਸੇ ਤਰ੍ਹਾਂ ਉਹ ਵਾਪਸ ਆਉਣਗੇ ਖੁਸ਼ੀ-ਖੁਸ਼ੀ, ਔਰ ਜਲਦੀ ਤੋਂ ਜਲਦੀ ਵਾਪਸ ਆ ਕੇ 22 ਦੀਆਂ ਚੋਣਾਂ ਦੀ ਤਿਆਰੀ ਰੰਭਣਗੇ, ਔਰ ਉਹਨਾਂ ਚੋਣਾਂ ਦੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਸਿੱਧੇ ਜਾਂ ਸਿੱਧੇ ਤੌਰ ਤੇ ਰੋਲ ਹੋਏਗਾ। ਸੋ ਉਮੀਦ ਇਹੀ ਕਰਨੀ ਬਣਦੀ ਹੈ ਭੰਗੂ ਸਾਹਿਬ। ਜੀ ਬਿਲਕੁਲ, ਰੋਲ ਕਿਸਾਨੀ ਅੰਦੋਲਨ ਦਾ ਡਾਕਟਰ ਸਾਹਿਬ ਹੋਊਗਾ, ਪਰ ਸਥਿਤੀ ਕੀ ਰਹੂਗੀ ਪੰਜਾਬ ਸਰਕਾਰ ਦੀ ਪੰਜਾਬ ਦੀ ਸੂਬੇ ਦੀ ਰਾਜਨੀਤਿਕ? ਉਹਦੇ ਵਿੱਚ ਇਹੀ ਹੈ ਕਿ ਦੇਖੋ 2-3 ਪਾਰਟੀਆਂ ਜਿਹੜੀਆਂ ਨੇ ਇਹ ਕੋਸ਼ਿਸ਼ ਕਰਨਗੀਆਂ, ਪਰ ਜਿਹਦੇ ਨਾਲ ਕਿਸਾਨ ਜੁੜ ਜਾਣਗੇ, ਜਿਸ ਪਾਰਟੀ ਦੇ ਨਾਲ ਜ਼ਿਆਦਾ ਕਿਸਾਨ ਜਥੇਬੰਦੀਆਂ ਜੁੜਨਗੀਆਂ, ਉਹੀ ਪਾਰਟੀ ਦੀ ਸੰਭਾਵਨਾਵਾਂ ਹੋਏਗੀ ਕਿ 22 ਦੇ ਵਿੱਚ ਆ ਸਕਦੀਆਂ ਨੇ। ਸੋ ਇਸ ਵੇਲੇ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਜਾਂ ਸਿਆਸੀ ਪਾਰਟੀਆਂ ਨੇ, ਇਹਨਾਂ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ ਆਪਣੇ ਨਾਲ ਜੋੜਿਆ ਜਾਵੇ। ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਆਨ ਆਇਆ ਸੀ, ਖਾਸ ਤੌਰ ਤੇ ਕੈਪਟਨ ਸਾਹਿਬ ਦਾ, ਤੁਹਾਨੂੰ ਯਾਦ ਹੋਏਗਾ, ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਕੁਝ ਕਿਸਾਨ ਜਥੇਬੰਦੀਆਂ ਦੇ ਜਿਹੜਾ ਹੈਗਾ ਮੇਰੇ ਇਨ ਟੱਚ ਦੇ ਵਿੱਚ ਨੇ, ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨੂੰ ਨਾਲ ਰੱਖਾਂ। ਇਸੇ ਤਰ੍ਹਾਂ ਬੀਜੇਪੀ ਕੋਸ਼ਿਸ਼
ਕਰ ਰਹੀ ਹੈ ਕਿਸਾਨ ਜਥੇਬੰਦੀਆਂ ਨੂੰ ਆਪਣੇ ਨਾਲ ਰਲਾਉਣ ਦੀ। ਇਸੇ ਤਰ੍ਹਾਂ ਕੁਝ ਅਕਾਲੀ ਦਲ, ਕੁਝ ਕਾਂਗਰਸ ਔਰ ਕੁਝ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਉਹ ਵੀ ਕਹਿ ਰਹੇ ਨੇ ਕਿ ਸਾਡੇ ਨਾਲ ਇਨ ਟੱਚ ਦੇ ਵਿੱਚ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿੰਨੀਆਂ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਇਹਨਾਂ ਵੱਖ-ਵੱਖ ਪਾਰਟੀਆਂ ਦੇ ਨਾਲ ਜੁੜਨਗੀਆਂ, ਉਨੀਆਂ ਹੀ ਉਸ ਪਾਰਟੀ ਦੀਆਂ ਸੰਭਾਵਨਾਵਾਂ ਜ਼ਿਆਦਾ ਬਣਨਗੀਆਂ ਕਿ ਉਹ ਜਿੱਤ ਦੇ ਜਿਹੜਾ ਹੈਗਾ ਵੱਲ ਵੱਧ ਸਕਦੀ ਹੈ। ਸੋ ਹੁਣ ਸਾਰਾ ਦਾਰੋਮਦਾਰ ਇਹਨਾਂ ਪਾਰਟੀਆਂ ਦਾ ਕਿਸਾਨ ਮੁੱਦਿਆਂ ਦੇ ਉੱਤੇ ਹੋਏਗਾ। ਕਿਸਾਨ ਜਥੇਬੰਦੀਆਂ ਨੂੰ ਕਿਵੇਂ ਆਪਣੇ ਵੱਲ ਅਟਰੈਕਟ ਕਰਨਾ ਹੈ, ਆਪਣੇ ਨਾਲ ਜੋੜਨਾ ਹੈ, ਉਹਦੇ ਉੱਤੇ ਉਹਨਾਂ ਦਾ ਜਿਹੜਾ ਹੈਗਾ ਧਿਆਨ ਰਹੇਗਾ। ਜੀ ਡਾਕਟਰ ਸਾਹਿਬ, ਕੋਈ ਲੋਕਾਂ ਦਾ ਭਲਾ ਵੀ ਹੋਊਗਾ ਸਿਆਸਤਾਂ ਦੇ ਰਾਹੀਂ? ਦੇਖੋ ਬਿਲਕੁਲ ਭਲਾ ਹੋਏਗਾ, ਕਿਉਂਕਿ 1 ਸਾਲ ਦਾ ਜਿਹੜਾ ਮੋਰਚਾ ਚੱਲਿਆ ਹੈ, ਚਾਹੇ ਉਹ ਪੰਜਾਬ ਦੀ ਗੱਲ ਕਰੀਏ ਜਾਂ ਵੱਖ-ਵੱਖ ਸੂਬਿਆਂ ਦੀ ਗੱਲ ਕਰੀਏ ਜਾਂ ਪੂਰੇ ਹਿੰਦੁਸਤਾਨ ਦੀ ਗੱਲ ਕਰੀਏ, ਇਹਦੇ ਵਿੱਚ ਜਿਹੜੀ ਬੁਨਿਆਦੀ ਤਬਦੀਲੀ ਆਈ ਹੈ ਪੰਗੂ ਸਾਹਿਬ, ਉਹ ਇਹੀ ਆਈ ਹੈ ਕਿ ਕਿਸਾਨ ਮੋਰਚੇ ਨੇ ਸਾਨੂੰ ਬਹੁਤ ਕੁਝ ਨਵਾਂ ਸਿਖਾਇਆ ਹੈ। ਖਾਸ ਤੌਰ ਤੇ ਤੁਸੀਂ ਦੇਖੋਗੇ ਕਿ ਸਾਨੂੰ ਆਮ ਲੋਕਾਂ ਨੂੰ, ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਵਪਾਰੀ ਨੇ ਜਾਂ ਦੁਕਾਨਦਾਰ ਨੇ, ਉਹਨਾਂ ਨੂੰ ਵੱਡੇ ਵੱਡੇ ਸਵਾਲ ਚੁੱਕਣੇ ਸਿਖਾਏ ਨੇ ਕਿ ਉਹ ਆਪਣੇ ਲੀਡਰਾਂ ਨੂੰ, ਜਿਨ੍ਹਾਂ ਨੂੰ ਪਹਿਲਾਂ ਡਰਦੇ ਹੁੰਦੇ ਸੀਗੇ, ਕੋਈ ਸਵਾਲ ਪੁੱਛਦੇ ਨਹੀਂ ਸੀਗੇ, ਅੱਜ ਇਹੀ ਆਮ ਲੋਕ ਜਿਹੜੇ ਨੇ ਲੀਡਰਾਂ ਨੂੰ ਘੇਰ ਕੇ, ਚਾਹੇ ਕੋਈ ਵੀ ਪਾਰਟੀ ਦਾ ਹੋਵੇ, ਉਹਨਾਂ ਤੋਂ ਵੱਡੇ ਵੱਡੇ ਸਵਾਲ ਪੁੱਛ ਰਹੇ ਨੇ। ਇਸੇ ਤਰ੍ਹਾਂ ਜਿਹੜਾ ਆਪਸੀ ਭਾਈਚਾਰਾ ਹੈ, ਪਹਿਲਾਂ ਇਹ ਪਾਰਟੀਆਂ ਧਰਮ ਦੇ ਨਾਂ ਤੇ ਲੜਾਉਂਦੀਆਂ ਸੀ, ਪਹਿਲਾਂ ਇਹ ਪਾਰਟੀਆਂ ਜਾਤਾਂ ਪਾਤਾਂ ਦੇ ਨਾਂ ਤੇ ਲੜਾ ਦਿੰਦੀਆਂ ਸੀਗੀਆਂ, ਜਾਂ ਹੋਰ ਬਹੁਤ ਸਾਰੇ ਜਿਹੜੇ ਨੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਦੇ ਨਾਲ ਇਹ ਸਾਨੂੰ ਲੜਾ ਕੇ ਰੱਖਦੀਆਂ ਸੀਗੀਆਂ। ਹੁਣ ਉਹ ਤੁਸੀਂ ਦੇਖੋਗੇ ਭਾਈਚਾਰਾ ਇਸ ਕਿਸਾਨ ਅੰਦੋਲਨ ਨੇ ਇਕੱਠਾ ਕੀਤਾ ਹੈ। ਸੋ ਇਹਦੇ ਨਾਲ ਬਹੁਤ ਫਰਕ ਪਏਗਾ। ਇੱਕ ਨਵੀਂ ਤੁਹਾਨੂੰ ਚੇਤਨਾ ਪੂਰੇ ਭਾਰਤ ਦੇ ਵਿੱਚ, ਖਾਸ ਤੌਰ ਤੇ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ ਦੇ ਵਿੱਚ, ਖਾਸ ਤੌਰ ਤੇ ਉੱਤਰ ਭਾਰਤ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲ ਰਹੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹਦੇ ਨਾਲ ਕਿਸਾਨੀ ਦਾ ਤਾਂ ਭਲਾ ਹੋਣਾ, ਪੂਰੇ ਸਮਾਜ ਦਾ ਵੀ ਭਲਾ ਹੋਏਗਾ। ਔਰ ਇਹਦੇ ਨਾਲ ਜੇਕਰ ਨਵੀਂ ਸਿਆਸਤ ਦਾ ਆਗਾਜ਼ ਹੁੰਦਾ ਹੈ, ਨਵੀਂ ਸਿਆਸਤ ਦੀ ਇੱਕ ਚਿੰਗਾਰੀ ਜਿਹੜੀ ਪੈਦਾ ਹੁੰਦੀ ਹੈ ਪੰਜਾਬ ਦੇ ਵਿੱਚ, ਤਾਂ ਬਹੁਤ ਫਾਇਦਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਜਦੋਂ ਜਿਹੜਾ ਮੁੱਦਾ ਸੀਗਾ, ਉਹ ਚਾਹੇ ਉਹ ਆਟਾ ਦਾਲ ਸਕੀਮ ਦੇ ਉੱਤੇ ਮੁੱਦੇ ਹੁੰਦੇ ਸੀਗੇ, ਗਲੀਆਂ ਨਾਲੀਆਂ ਦੇ ਮੁੱਦੇ ਹੁੰਦੇ ਸੀਗੇ, ਅੱਜ ਕੀ ਮੁੱਦਾ ਹੈ? ਕਿਸਾਨਾਂ ਦੇ ਸੰਘਰਸ਼ ਦੇ ਕਾਰਨ ਕੀ ਹੋ ਰਿਹਾ ਹੈ ਕਿ ਇਸ ਵੇਲੇ ਮੁੱਦਾ ਐਜੂਕੇਸ਼ਨ ਦਾ ਬਣ ਰਿਹਾ ਹੈ, ਇਸ ਵੇਲੇ ਮੁੱਦਾ ਹੈਲਥ ਦਾ ਬਣ ਰਿਹਾ ਹੈ, ਇਸ ਵੇਲੇ ਮੁੱਦਾ ਜਿਹੜਾ ਹੈਗਾ ਕਿਸਾਨਾਂ ਨੂੰ ਕਰਜ਼ੇ ਤੋਂ ਕੱਢਣ ਦਾ ਬਣ ਰਿਹਾ ਹੈ, ਔਰ ਇਸ ਵੇਲੇ ਮੁੱਦਾ ਜਿਹੜਾ ਹੈਗਾ ਨਸ਼ਿਆਂ ਨੂੰ ਕਿਵੇਂ ਖਤਮ ਕੀਤਾ ਜਾਏ ਉਹਦਾ ਬਣ ਰਿਹਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਰੇ ਮੁੱਦਿਆਂ ਦੇ ਉੱਤੇ ਫੋਕਸ ਹੋ ਰਿਹਾ, ਚੰਗੇ ਮੁੱਦਿਆਂ ਦੇ ਉੱਤੇ ਫੋਕਸ ਹੋ ਰਿਹਾ, ਇਹਦਾ ਵੱਡਾ ਕਾਰਨ ਕਿਸਾਨੀ ਸੰਘਰਸ਼ ਹੈ। ਸੋ ਕਿਸਾਨੀ ਸੰਘਰਸ਼ ਨੇ ਇਹ ਸਾਰੀਆਂ ਚੀਜ਼ਾਂ ਸੈਂਟਰਲਾਈਜ਼ ਕੀਤੀਆਂ ਨੇ, ਔਰ ਇਹਨਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਵੱਖ-ਵੱਖ ਕੋਈ ਵੀ ਪਾਰਟੀਆਂ ਨੇ, ਉਹਨਾਂ ਨੂੰ ਘੇਰ ਕੇ ਉਹਨਾਂ ਨੇ ਇਹ ਕਿਹਾ ਹੈ ਕਿ ਤੁਸੀਂ ਸਾਡੇ ਮੁੱਦਿਆਂ ਦਾ ਕੀ ਹੱਲ ਹੈ, ਤੁਹਾਡੇ ਕੋਲੇ ਕੀ ਰੋਡ ਮੈਪ ਹੈ, ਕੀ ਤੁਹਾਡੇ ਕੋਲੇ ਕੋਈ ਪਲੈਨਿੰਗ ਹੈ, ਉਹ ਸਾਨੂੰ ਦੱਸੋ, ਫਿਰ ਤਾਂ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ। ਜੇ ਤੁਸੀਂ ਬਿਨਾਂ ਗੱਲ ਤੋਂ, ਬਿਨਾਂ ਕੋਈ ਠੋਸ ਸਬੂਤ ਦਿੱਤੇ ਆ, ਤੁਸੀਂ ਸਿਰਫ ਤੇ ਸਿਰਫ ਨਾਅਰੇਬਾਜ਼ੀ ਕਰ ਰਹੇ ਹੋ, ਲਾਰੇਬਾਜ਼ੀ ਕਰ ਰਹੇ ਹੋ, ਜੁਮਲੇਬਾਜ਼ੀ ਕਰ ਰਹੇ ਹੋ, ਫਿਰ ਮੈਨੂੰ ਲੱਗਦਾ ਹੈ ਕਿ ਇਹਨਾਂ ਕਿਸਾਨ ਲੀਡਰਾਂ ਦੇ ਰਾਹੀਂ, ਇਹਨਾਂ ਜਿਹੜੇ ਦੂਜੇ ਸਿਆਸੀ ਲੀਡਰ ਨੇ, ਜਿਹੜੇ ਹੁਣ ਤੱਕ ਲਾਰਿਆਂ ਦੇ ਨਾਲ ਆਪਣੀ ਸੱਤਾ ਜਿਹੜੇ ਨੇ ਹਥਿਆਉਂਦੇ ਆਏ ਨੇ, ਔਰ ਉਹਨਾਂ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਪੁੱਛੇ ਜਾ ਰਹੇ ਨੇ। ਪੰਗੂ ਸਾਹਿਬ, ਡਾਕਟਰ ਸਾਹਿਬ, ਤੁਸੀਂ ਖੇਤੀ ਕਰਜ਼ੇ ਦੀ ਗੱਲ ਕੀਤੀ, ਕੀ ਲੱਗਦਾ ਕਿ ਭਾਵੇਂ ਸੂਬੇ ਦੀਆਂ ਸਰਕਾਰਾਂ ਹੋਣ ਜਾਂ ਫਿਰ ਬੀਜੇਪੀ ਦੀ ਹਕੂਮਤ ਹੋਵੇ, ਸੈਂਟਰ ਦੀ ਹਕੂਮਤ, ਕੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਬਾਰੇ ਕੋਈ ਫੈਸਲਾ ਲੈ ਸਕਦੀਆਂ ਨੇ? ਦੇਖੋ, ਜੇਕਰ ਇਹ ਸਿਰਫ ਤੇ ਸਿਰਫ ਇਹਨੂੰ ਸੰਘਰਸ਼ ਡਿਸਾਈਡ ਕਰੇਗਾ, ਜੇਕਰ ਸੰਘਰਸ਼ ਦੇ ਵਿੱਚ ਤਾਕਤ ਹੋਏਗੀ ਤਾਂ ਲਾਜ਼ਮੀ ਤੌਰ ਤੇ ਕੋਈ ਵੀ ਤਾਕਤ ਉਹਨਾਂ ਨੂੰ ਝੁਕਾ ਨਹੀਂ ਸਕਦੀ ਕਿਸਾਨਾਂ ਨੂੰ। ਜੇਕਰ ਕਿਸਾਨ ਪਹਿਲਾਂ ਵਾਂਗ ਏਕਤਾ ਔਰ ਸੰਘਰਸ਼ ਦੇ ਰਾਹੀਂ ਅੱਗੇ ਵਧਣਗੇ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਕਰਜ਼ਾ ਵੀ ਮਾਫ ਹੋ ਸਕਦਾ ਹੈ, ਉਹਨਾਂ ਦੀਆਂ ਜਿਹੜੀਆਂ ਬਾਕੀ ਰਹਿੰਦੀਆਂ ਖੁੰਦੀਆਂ ਮੰਗਾਂ ਨੇ ਉਹ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ। ਪਰ ਸਵਾਲ ਇਹੀ ਹੈ ਕਿ ਉਹ ਕਾਹਲੀ ਨਾ ਕਰਨ ਹਜੇ ਵਾਪਸ ਆਉਣ ਦੀ। ਜੇਕਰ ਉਹ ਲਗਾਤਾਰ ਆਪਣਾ ਸੰਘਰਸ਼ ਅਜੇ ਜਾਰੀ ਰੱਖਦੇ ਨੇ ਔਰ ਵੱਖ-ਵੱਖ ਮੁੱਦਿਆਂ ਦੇ ਉੱਤੇ ਸਰਕਾਰਾਂ ਨੂੰ ਘੇਰ ਸਕਦੇ ਆ, ਤਾਂ ਉਹਨਾਂ ਨੂੰ ਘੇਰਨਾ ਚਾਹੀਦਾ ਹੈ। ਔਰ ਆਪਣੀਆਂ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਰਜ਼ਾ ਮਾਫੀ ਦੀਆਂ ਮੰਗਾਂ ਜਾਂ ਹੋਰ ਜਿਹੜੀਆਂ ਦੂਜੀਆਂ ਆਪਾਂ ਪਹਿਲਾਂ ਮੰਗਾਂ ਬਾਰੇ ਗੱਲ ਕੀਤੀ ਹੈ, ਉਹ ਵੀ ਜੇ ਉਹਨਾਂ ਨੇ ਹੱਲ ਕਰਾਉਣੀਆਂ ਨੇ ਤਾਂ ਉਹਨਾਂ ਨੂੰ ਏਕਤਾ ਤੇ ਸੰਘਰਸ਼ ਦਿਖਾਉਣਾ ਪਏਗਾ। ਔਰ ਆਪਾਂ ਕਹਿੰਦੇ ਹਾਂ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਸਹਿਜ ਪੱਕੇ ਸੋ ਮਿੱਠਾ ਹੋਏ। ਸੋ ਜਿੰਨਾ ਇਹ ਸਹਿਜਤਾ ਦੇ ਨਾਲ ਚੱਲਣਗੇ ਔਰ ਸਬਰ ਦੇ ਨਾਲ ਚੱਲਣਗੇ, ਸੰਤੋਖ ਦੇ ਨਾਲ ਚੱਲਣਗੇ ਕਿਸਾਨ, ਤਾਂ ਉਨਾ ਹੀ ਉਹਦਾ ਫਲ ਜਿਹੜਾ ਹੈਗਾ ਮਿੱਠਾ ਹੋਏਗਾ, ਉਨੀ ਹੀ ਪ੍ਰਾਪਤੀਆਂ ਉਹਨਾਂ ਦੀਆਂ ਹੋ ਸਕਦੀਆਂ ਨੇ। ਪੰਗੂ ਸਾਹਿਬ ਜੀ, ਬਿਲਕੁਲ ਪ੍ਰਾਪਤੀਆਂ ਹੋ ਸਕਦੀਆਂ ਨੇ। ਡਾਕਟਰ ਸਾਹਿਬ,
ਸਾਹਿਬ ਸੰਖੇਪ ਦੇ ਵਿੱਚ ਮੈਂ ਤੁਹਾਡੇ ਕੋਲੋਂ ਇੱਕ ਗੱਲ ਜਾਣਨਾ ਚਾਹੁੰਦਾ ਕਿ ਦੇਖੋ ਪਹਿਲਾਂ ਵੀ ਇਹ ਆਪਾਂ ਨੇ ਗੱਲਬਾਤ ਕਰ ਲਈ ਕਿ ਲੋਕਾਂ ਦਾ ਭਲਾ ਹਰ ਵਾਰ ਲੋਕ ਵੋਟਾਂ ਪਾਉਣ ਤੋਂ ਬਾਅਦ ਠੱਗੇ ਜੇ ਮਹਿਸੂਸ ਕਰਦੇ ਆ ਕਿ ਜੋ ਵਾਅਦੇ ਸਾਡੇ ਨਾਲ ਕੀਤੇ ਜਾਂਦੇ ਆ ਉਹਨਾਂ ਤੇ ਸਰਕਾਰਾਂ ਖਰੀ ਨਹੀਂ ਉਤਰਦੀਆਂ। ਜੀ ਇਹ ਪੂਰਾ ਇਤਿਹਾਸ 75 ਸਾਲਾਂ ਦੀ ਆਜ਼ਾਦੀ ਦਾ ਇਤਿਹਾਸ ਇਸੇ ਗੱਲ ਦਾ ਗਵਾਹ ਹੈ ਕਿ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਸਰਕਾਰਾਂ ਨੇ ਲੋਕਾਂ ਨੂੰ ਠੱਗਿਆ ਹੈ, ਕੁੱਟਿਆ ਹੈ। ਆਪਾਂ ਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਲਾਰੇ ਲਾਉਂਦੀਆਂ ਨੇ ਸਰਕਾਰਾਂ, ਕਿ ਕਿਸ ਤਰ੍ਹਾਂ ਇਹ ਸਰਕਾਰਾਂ ਪਹਿਲਾਂ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਬਟੋਰਦੀਆਂ ਨੇ ਔਰ ਬਾਅਦ ਦੇ ਵਿੱਚ ਮੁੱਕਰ ਜਾਂਦੀਆਂ ਨੇ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੂੰ ਵੀ ਪਤਾ ਹੈ ਕਿ ਚਾਹੇ ਬੀਜੇਪੀ ਸਰਕਾਰ ਹੋਵੇ, ਜਿਨ੍ਹਾਂ ਨੇ ਕਿਹਾ ਸੀ ਕਿ 15 ਲੱਖ ਤੁਹਾਡੇ ਖਾਤਿਆਂ 'ਚ ਪਾਵਾਂਗੇ, 2 ਕਰੋੜ ਨੌਕਰੀ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਲੈ ਕੇ ਆਊਂਗਾ। ਇਸੇ ਤਰ੍ਹਾਂ ਕੈਪਟਨ ਸਾਹਿਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਾਂਗਰਸ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਜੇ ਕੋਈ ਲਾਰੇ ਲਾਏ ਸੀ, ਵਾਅਦੇ ਕੀਤੇ ਸੀ, ਉਹ ਕੈਪਟਨ ਸਾਹਿਬ ਨੇ ਕੀਤੇ ਸੀਗੇ। ਘਰ ਨੌਕਰੀ ਦੇ ਫਾਰਮ ਭਰੇ ਗਏ ਸੀਗੇ। ਸ਼੍ਰੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਗਈ ਸੀਗੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਾਂਗੇ, ਕਿਸਾਨਾਂ ਦਾ ਪੂਰਾ ਕਰਜ਼ਾ ਮਾਫ ਕਰਾਂਗੇ। ਸੋ ਅੱਜ ਕਿੱਥੇ ਗਏ ਵਾਅਦੇ? ਉਹ ਅੱਜ ਆਪਾਂ ਨੂੰ ਨਹੀਂ ਦਿਖਾਈ ਦਿੰਦੇ ਔਰ ਨਤੀਜਾ ਕੀ ਨਿਕਲ ਰਿਹਾ ਕਿ ਸਾਡੇ ਚਾਹੇ ਅਧਿਆਪਕ ਸਾਹਿਬਾਨ ਨੇ, ਚਾਹੇ ਸਾਡੇ ਮੈਡੀਕਲ, ਚਾਹੇ ਪੈਰਾਮੈਡੀਕਲ ਵਾਲੇ ਲੋਕ ਨੇ, ਚਾਹੇ ਆਂਗਨਵਾੜੀ ਵਰਕਰਾਂ ਨੇ, ਜਾਂ ਹੋਰ ਜਿਹੜੇ ਆਮ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ ਇਸ ਵੇਲੇ ਸੜਕਾਂ ਦੇ ਉੱਤੇ ਬੈਠਾ ਹੈ, ਹੜਤਾਲ ਕਰਨ ਦੇ ਲਈ ਮਜਬੂਰ ਹੈ। ਸੋ ਨਤੀਜਾ ਕੀ ਨਿਕਲ ਰਿਹਾ ਕਿ ਇੱਕ ਠੱਗੇ ਹੋਏ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ, ਜਿਵੇਂ ਤੁਸੀਂ ਦੱਸ ਰਹੇ ਹੋ। ਸੋ ਉਹਦਾ ਹੱਲ ਕੀ ਹੈ? ਸਵਾਲ ਇਹ ਹੈ, ਇਹਦਾ ਹੱਲ ਇਹੀ ਹੈ ਕਿ ਆਪਣੇ ਲੀਡਰਾਂ ਤੋਂ ਸਵਾਲ ਪੁੱਛੋ ਔਰ ਇਹਨਾਂ ਨੂੰ ਦੱਸੋ ਕਿ ਤੁਹਾਡਾ ਜਿਹੜਾ ਮੈਨੀਫੈਸਟੋ ਸੀਗਾ, ਤੁਹਾਡੇ ਜਿਹੜੇ ਉਹ ਫਾਰਮ ਤੁਸੀਂ ਲੈ ਕੇ ਜਾਓ, ਇਹਨਾਂ ਨੂੰ ਦਿਖਾਓ ਕਿ ਘਰ ਨੌਕਰੀ ਦੇ ਫਾਰਮ ਜਿਹੜੇ ਤੁਸੀਂ ਭਰਾਏ ਸੀਗੇ ਅੱਜ ਉਹ ਕਿੱਧਰ ਗਏ, ਉਹਨਾਂ ਦੀ ਜ਼ਿੰਮੇਵਾਰੀ ਕੌਣ ਉਠੇਗਾ। ਇਹ ਨਹੀਂ ਕਿ ਹੋਣਾ ਚਾਹੀਦਾ ਕਿ ਚੰਨੀ ਸਾਹਿਬ ਕਹਿਣ ਜੀ ਹੁਣ ਤੱਕ, ਕਿਉਂਕਿ ਇਹ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ, ਇਸ ਕਰਕੇ ਸਾਡੀ ਸਰਕਾਰ ਦਾ ਤਾਂ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈ। ਸੋ ਇਹ ਨਹੀਂ ਹੋਣਾ ਚਾਹੀਦਾ। ਸਗੋਂ ਕੈਪਟਨ ਸਾਹਿਬ ਦੀ ਜੋ ਜ਼ਿੰਮੇਵਾਰੀ ਉਹਨਾਂ ਨੇ ਛੱਡੀ ਹੈ, ਉਹਦੀ ਜ਼ਿੰਮੇਵਾਰੀ ਹੁਣ ਇਸ ਵੇਲੇ ਚੰਨੀ ਸਾਹਿਬ ਦੀ, ਕਾਂਗਰਸ ਸਰਕਾਰ ਦੀ ਬਣਦੀ ਹੈ। ਔਰ ਚਾਹੇ ਉਹਨਾਂ ਕੋਲ ਸਮਾਂ ਘੱਟ ਹੈ, ਪਰ ਇਹ ਜਿਹੜੇ ਨੇ ਲਾਰੇ ਜਿਹੜੇ ਨੇ ਉਹ ਬੰਦ ਹੋਣੇ ਚਾਹੀਦੇ ਨੇ। ਅਗਲੀ ਵਾਰੀ ਜਿਹੜਾ ਉਹੀ ਸਰਕਾਰ ਆਵੇ ਜਿਹੜੀ ਲੋਕਾਂ ਨੂੰ ਲੱਗੇ ਕਿ ਸਾਡੇ ਵਾਅਦੇ ਜਿਹੜੇ ਹੈਗੇ ਪੂਰੇ ਕਰ ਸਕਦੀ ਹੈ। ਨਹੀਂ ਤਾਂ ਇਹ ਜਿਹੜਾ ਮੈਨੀਫੈਸਟੋ ਹੋਵੇ, ਇਹ ਇੱਕ ਪ੍ਰੈਸ਼ਰ ਜਿਹੜਾ ਬਣਾਉਣਾ ਬਣਦਾ ਹੈ ਕਿ ਜਿਹੜਾ ਵੀ ਪਾਰਟੀ ਮੈਨੀਫੈਸਟੋ ਲਾਗੂ ਕਰਦੀ ਹੈ ਜਾਂ ਲੈ ਕੇ ਆਉਂਦੀ ਹੈ ਲੋਕਾਂ ਦੇ ਸਾਹਮਣੇ, ਤਾਂ ਉਹ ਮੈਨੀਫੈਸਟੋ ਦਾ ਕਾਨੂੰਨੀ ਉਹਦਾ ਹੱਕ ਬਣੇ ਔਰ ਕਾਨੂੰਨਨ ਤੌਰ ਤੇ ਉਹ ਲਾਗੂ ਕੀਤਾ ਜਾਵੇ। ਔਰ ਜੇਕਰ ਉਹ ਨਹੀਂ ਕਾਨੂੰਨੀ ਤੌਰ ਤੇ ਲਾਗੂ ਹੁੰਦਾ ਤਾਂ ਲਾਜ਼ਮੀ ਤੌਰ ਤੇ ਉਹ ਸਰਕਾਰ ਨੂੰ ਵਾਪਸ ਭੇਜਣ ਦੀ ਜਿਹੜੀ ਹੈਗੀ ਆ ਪ੍ਰਾਵਧਾਨ ਉਹ ਵੀ ਨਾਲ ਹੋਣਾ ਚਾਹੀਦਾ। ਪੰਗੂ ਸਾਹਿਬ ਜੀ ਬਿਲਕੁਲ, ਦੇਖੋ ਲੀਗਲ ਹੋਣਾ ਚਾਹੀਦਾ ਮੈਨੀਫੈਸਟੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਆਪਣੇ ਵਿਚਾਰ ਰੱਖਣ ਦੇ ਲਈ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਦਰਸ਼ਕੋ, ਸਾਡੇ ਨਾਲ ਬਣੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਅੱਜ ਦੀ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਤੁਸੀਂ ਆਪਣਾ ਸੁਝਾਅ ਸਾਨੂੰ ਕਮੈਂਟ ਬਾਕਸ ਦੇ ਵਿੱਚ ਦਿਓ ਤੇ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਚੈਨਲ ਪੰਜਾਬੀ। ਧੰਨਵਾਦ।